ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਜਿਹੜਾ ਸਭ ਤੋਂ ਅਹਿਮ ਇਸ਼ੂ ਭਖਿਆ ਹੋਇਆ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਬਲਕਿ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਭਾਈਚਾਰੇ ਦੇ ਵਿੱਚ, ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਲਈ ਬਣੀ SIT। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਸ SIT ਨੂੰ ਰੱਦ ਕੀਤਾ ਜਾਣਾ, ਉਹਦੇ ਵੱਲੋਂ ਪੇਸ਼ ਕੀਤੇ ਗਏ ਸਾਰੇ ਚਲਾਨ ਜਿਹੜੇ ਸੀ ਉਹਨਾਂ ਨੂੰ ਰੱਦ ਕੀਤਾ ਜਾਣਾ, ਨਵੀਂ SIT ਬਣਾਉਣ ਦੇ ਹੁਕਮ ਦੇਣਾ ਤੇ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਸ਼ਾਮਲ ਨਾ ਕਰਨਾ। ਇਹ ਜਿਹੜਾ ਫੈਸਲਾ ਆ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਇੱਕ ਬਹੁਤ ਵੱਡੀ ਉਥਲ ਪੁਥਲ ਮਚੀ ਹੋਈ ਆ। ਦੇਖਿਆ ਜਾਵੇ ਤਾਂ ਇਹ ਪੰਜਾਬ ਦੀ ਸਿਆਸਤ ਦੇ ਉੱਤੇ ਬਹੁਤ ਇਹਦਾ ਡੂੰਘਾ ਅਸਰ ਜਿਹੜਾ ਉਹ ਪਊਗਾ, ਕਿਉਂਕਿ ਕਿਸੇ ਵੀ ਹਾਲਤ ਦੇ ਵਿੱਚ ਜੂਨ 2015 ਤੋਂ ਸ਼ੁਰੂ ਹੋਈਆਂ ਘਟਨਾਵਾਂ, ਜਦੋਂ ਜੂਨ ਦੇ ਪਹਿਲੇ ਹਫ਼ਤੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਆ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋ ਜਾਂਦੀ ਆ, ਉਹਦੇ ਪੋਸਟਰ ਲੱਗ ਜਾਂਦੇ ਆ ਕਿ ਇਹ ਬੀੜ ਸਾਡੇ ਕੋਲੇ ਆ, ਜੇ ਤੁਸੀਂ ਛੁਡਵਾ ਸਕਦੇ ਹੋ ਤਾਂ ਛੁਡਵਾ ਲਓ। ਫਿਰ ਅਕਤੂਬਰ ਤੱਕ ਉਹਦੀ ਕੋਈ ਛਾਣਬੀਣ ਨਹੀਂ ਕੀਤੀ ਜਾਂਦੀ, ਉਹ ਬੀੜ ਨੂੰ ਲੱਭਣ ਦੇ ਯਤਨ ਨਹੀਂ ਕੀਤੇ ਜਾਂਦੇ ਕਿ ਕਿਹਨੇ ਉਹ ਚੋਰੀ ਕੀਤੀ ਆ, ਜਾਂ ਜਾਣ ਬੁੱਝ ਕੇ ਟਾਲ ਮਟੋਲ ਜਿਹੜਾ ਉਹ ਕੀਤਾ ਜਾਂਦਾ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਥਾਂ ਥਾਂ ਦੇ ਉੱਤੇ। ਪੰਜਾਬ ਦੇ ਇਤਿਹਾਸ ਦੇ ਵਿੱਚ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਇੰਨੇ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਅੰਗ ਜਿਹੜੇ ਨੇ ਉਹ ਖਿਲਾਰੇ ਜਾਣ, ਰੂੜੀਆਂ ਦੇ ਉੱਤੇ, ਛੱਪੜਾਂ ਦੇ ਵਿੱਚੋਂ ਉਹ ਮਿਲ, ਨਾਲੀਆਂ ਦੇ ਵਿੱਚੋਂ ਮਿਲ। ਫਿਰ ਉਸ ਤੋਂ ਬਾਅਦ ਸੰਗਤ ਦੇ ਵਿੱਚ ਰੋਹ ਪੈਦਾ ਹੁੰਦਾ, ਸ਼ਾਂਤਮਈ ਤਰੀਕੇ ਦੇ ਨਾਲ ਸੰਗਤ ਜਿਹੜੀ ਸੜਕਾਂ ਤੇ ਬੈਠੀ, ਜਿਹੜੀ ਖਾਸ ਤੌਰ ਦੇ ਉੱਤੇ ਕੋਟਕਪੂਰਾ ਦੇ ਵਿੱਚ ਬੱਤੀਆਂ ਵਾਲਾ ਚੌਂਕ ਜਿਹੜਾ ਉੱਥੇ ਬੈਠਦੀ ਹੈ, ਉੱਥੇ ਪੁਲਿਸ ਦਾ ਤਸ਼ੱਦਦ ਹੁੰਦਾ, ਪੁਲਿਸ ਦੇ ਵੱਲੋਂ ਡੰਡਾ ਚਾਰਜ ਕੀਤਾ ਜਾਂਦਾ, ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਆ, ਸੀਵਰੇਜ ਦਾ ਗੰਦਾ ਪਾਣੀ ਲਿਆ ਕੇ ਮਾਰਿਆ ਜਾਂਦਾ। ਬਾਈਬਲ ਕਲਾਂ ਦੇ ਵਿੱਚ ਬਾਅਦ ਚ ਗੋਲੀ ਚੱਲ ਜਾਂਦੀ ਆ, ਸਿੱਧੀਆਂ ਗੋਲੀਆਂ ਮਾਰ ਕੇ 2 ਜਾਣੇ ਜਿਹੜੇ ਨੇ ਉਹਨਾਂ ਦੀ ਜਾਨ ਲੈ ਲਈ ਜਾਂਦੀ ਆ। ਉਸ ਤੋਂ ਬਾਅਦ ਕੀ ਕੁਝ ਸਾਰਾ ਕੁਝ ਹੋਇਆ ਸਾਰਿਆਂ ਦੇ ਸਾਹਮਣੇ ਆ। ਪਹਿਲਾ ਤਾਂ ਸਵਾਲ ਜਿਹੜਾ ਉਦੋਂ ਦੀ ਸੱਤਾਧਾਰੀ ਧਿਰ ਦੇ ਉੱਤੇ ਉੱਠਦਾ, ਸਭ ਤੋਂ ਵੱਡਾ, ਉਹਨਾਂ ਦੇ ਕੋਲੇ ਉਦੋਂ ਕਰੀਬ 1.5 ਸਾਲ ਸੀ, ਉਹਨਾਂ ਨੇ ਇਹਦੇ ਵਿੱਚ ਕੁਝ ਵੀ ਨਾ ਕੀਤਾ ਇਸ ਮਾਮਲੇ ਦੇ ਉੱਤੇ। ਸਾਬਕਾ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾ ਦਿੱਤਾ। ਜੋ ਜੋਰਾ ਸਿੰਘ ਹੋਰਾਂ ਦੇ ਕਮਿਸ਼ਨ ਦਾ ਹਸ਼ਰ ਕੀਤਾ ਗਿਆ ਉਹ ਕਿਸੇ ਨੂੰ ਭੁੱਲਿਆ ਨਹੀਂ। ਜੋਰਾ ਸਿੰਘ ਹੋਰਾਂ ਜਦੋਂ ਆਪਣੀ ਰਿਪੋਰਟ ਤਿਆਰ ਕਰਕੇ ਗਏ ਲੈ ਕੇ, ਤੇ ਉਹ ਰਿਪੋਰਟ ਕਿਸੇ ਮੰਤਰੀ ਸ਼ੰਤਰੀ ਨੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਉਹਨਾਂ ਨੂੰ ਬਾਹਰ ਜਿਹੜਾ ਉਹ ਬਿਠਾਈ ਰੱਖਿਆ ਜਿਵੇਂ ਉਹ ਪੀਐਨ ਹੋਣ, ਔਰ ਉਹ ਉੱਥੇ ਫੜਾ ਕੇ ਰਿਪੋਰਟ ਜਿਹੜੇ ਆ ਗਏ। ਇਹਦੇ ਦੌਰਾਨ ਜੇ ਤੁਹਾਨੂੰ ਯਾਦ ਹੋਵੇ ਤਾਂ ਸਾਬਕਾ ਜਸਟਿਸ ਕਾਟਜੂ ਹੋਰਾਂ ਨੇ ਵੀ ਇੱਕ ਰਿਪੋਰਟ ਤਿਆਰ ਕੀਤੀ ਸੀ। ਉਸ ਰਿਪੋਰਟ ਨੂੰ ਤਾਂ ਉਸ ਵੇਲੇ ਦੀ ਸਰਕਾਰ ਨੇ ਪੁੱਛਣਾ ਹੀ ਕੀ ਸੀ, ਜਿਹੜੀ ਕਿ ਆਪਣੇ ਵੱਲੋਂ ਬਣਾਏ ਹੋਏ ਕਮਿਸ਼ਨ ਦੇ ਮੁਖੀ ਦੀ ਰਿਪੋਰਟ ਲੈਣ ਤੋਂ ਇਨਕਾਰੀ ਹੋ ਗਈ। ਉਹ ਰਿਪੋਰਟ ਲਈ ਨਹੀਂ, ਜੇ ਨਹੀਂ ਲਈ ਤੇ ਇਟ ਮੀਨਸ ਕਿ ਉਹ ਕਹਿੰਦੇ ਕਿ ਸਾਨੂੰ ਨਹੀਂ ਇਹ ਮਨਜ਼ੂਰ। ਹਾਲਾਂਕਿ ਸਾਬਕਾ ਜਸਟਿਸ ਜੋਰਾ ਸਿੰਘ ਹੋਰਾਂ ਦਾ ਕਮਿਸ਼ਨ ਉਹ ਸਾਰਾ ਕੁਝ ਨਹੀਂ ਲੱਭ ਸਕਿਆ, ਉਹ ਲੱਭਤਾ ਨਹੀਂ ਲੱਭ ਸਕਿਆ ਜੋ ਬਾਅਦ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਲੱਭ ਲਈਆਂ। ਖਾਸ ਤੌਰ ਦੇ ਉੱਤੇ ਜਿਹੜੀ CCTV ਫੁਟੇਜ ਬਹੁਤ ਅਹਿਮ ਹੈ ਇਹਦੇ ਵਿੱਚ ਉਸ ਚੌਂਕ ਦੀ। ਜਦੋਂ ਸਾਬਕਾ ਜਸਟਿਸ ਜੋਰਾ ਸਿੰਘ ਕਮਿਸ਼ਨ ਜਾਂਚ ਕਰ ਰਿਹਾ ਸੀ ਤਾਂ ਉਦੋਂ ਇਹ ਆਖਿਆ ਗਿਆ ਜੀ ਇੱਕ ਟਰੱਕ ਵੱਜਿਆ ਸੀ ਖੰਭੇ ਦੇ ਵਿੱਚ, ਤੇ ਸਾਰੀ CCTV ਫੁਟੇਜ ਜਿਹੜੀ ਸੀ ਉਹ ਖਰਾਬ ਹੋ ਗਈ, ਪਰ ਉਹੀ CCTV ਫੁਟੇਜ ਮੁੜ ਕੇ ਜਿਹੜੀ ਉਹ ਲੱਭ ਗਈ। ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੁਸੀਂ ਮੰਨੀ ਨਹੀਂ। ਜਦੋਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ, ਜਦੋਂ ਵਿਧਾਨ ਸਭਾ ਦੇ ਵਿੱਚ ਇਹਦੇ ਉੱਤੇ ਬਹਿਸ ਹੋ ਰਹੀ ਸੀ, ਇਹ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਸੀ, ਅਕਾਲੀ ਦਲ ਬਾਦਲ ਨੇ ਇਹਦਾ ਬਾਈਕਾਟ ਕੀਤਾ ਔਰ ਬਾਹਰ ਇਸ ਰਿਪੋਰਟ ਨੂੰ ਪੈਰਾਂ ਦੇ ਵਿੱਚ ਰੋੜਿਆ। ਵਿਧਾਨ ਸਭਾ ਦੇ ਬਾਹਰ 5-5 ਰੁਪਏ ਦੀ ਇਹ ਰਿਪੋਰਟ ਜਿਹੜੀ ਸੀ ਉਹ ਵੇਚੀ। ਇਹ ਕਿਹਾ ਕਿ ਇਹਦਾ ਮੁੱਲ ਇੰਨੇ 5 ਰੁਪਏ ਆ। ਉਸ ਜਿਹੜਾ ਕਮਿਸ਼ਨ ਸੀਗਾ ਉਹਨੂੰ ਇਨਕਾਰ ਕਰ ਦਿੱਤਾ, ਮਤਲਬ ਕਿ ਪੈਰਾਂ ਦੇ ਵਿੱਚ ਰੋੜ ਦਿੱਤਾ। ਫਿਰ ਸਿੱਟ ਬਣ ਗਈ, SIT ਬਣ ਗਈ, ਉਹਦੇ ਉੱਤੇ ਵੀ ਆਉਣੇ ਆ। SIT ਬਣ ਗਈ। SIT ਜਦੋਂ ਬਣੀ ਉਹਦੇ ਵਿੱਚ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਸ਼ਾਮਲ ਹੋਏ ਤਾਂ ਉਸ SIT ਦਾ ਵਿਰੋਧ ਕਰਨਾ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ, ਮਤਲਬ ਕਿ ਉਹ ਵੀ ਮਨਜ਼ੂਰ ਨਹੀਂ। ਨਾ ਆਪਣਾ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਮਨਜ਼ੂਰ, ਨਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਨਜ਼ੂਰ, ਨਾ SIT ਜਿਹੜੀ ਉਹ ਮਨਜ਼ੂਰ। ਫਿਰ ਮਨਜ਼ੂਰ ਕੀ ਸੀ? CBI। ਕਿਹੜੀ CBI?
ਜਿਹਨੂੰ ਜਾਂਚ ਖੁਦ ਦੇ ਗਏ ਸੀਗੇ, ਤੇ ਉਸ CBI ਨੇ ਕਲੋਜ਼ਰ ਰਿਪੋਰਟ ਲਾ ਦਿੱਤੀ ਅਦਾਲਤ ਦੇ ਵਿੱਚ ਕਿ ਸਾਨੂੰ ਨਹੀਂ ਕੁਝ ਵੀ ਲੱਭਿਆ ਇਸ ਮਾਮਲੇ ਦੇ ਉੱਤੇ। ਜੇ ਤੁਸੀਂ ਉਹਦੇ ਸਾਰੇ ਗੋ ਥਰੂ ਜਾਓ ਤਾਂ ਉਹਦੇ ਵਿੱਚ ਤੁਹਾਨੂੰ ਇਹ ਗੱਲ ਜਿਹੜੀ ਉਹ ਮਿਲੂਗੀ ਕਿ CBI ਕਿਤੇ ਗਈ ਨਹੀਂ। ਉਹ ਨਾ ਮਹਿੰਦਰਪਾਲ ਬਿੱਟੂ ਦੇ ਕੋਲੇ ਗਈ, ਨਾ ਉਹ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਗਈ ਜਿੱਥੋਂ ਇਹ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ। ਜਿੱਥੇ ਜਿੱਥੇ ਘਟਨਾਵਾਂ ਵਾਪਰੀਆਂ ਉੱਥੇ ਗਈ। ਕਿੰਨੇ ਜਿਹੜੇ ਲੋਕ ਸੀਗੇ, ਕਿੰਨੇ ਗਵਾਹ ਸੀ, ਕਿੰਨੇ ਵਿਕਟਮ ਸੀ, ਕਿੰਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ, ਕੁਝ ਨਹੀਂ। ਸਿਰਫ ਕਲੋਜ਼ਰ ਰਿਪੋਰਟ ਲਾਤੀ, ਰੌਲਾ ਪੈ ਗਿਆ ਤਾਂ ਫਿਰ ਇਹ ਕਹਿਤਾ ਕਿ ਨਹੀਂ ਅਸੀਂ ਜਾਂਚ ਜਿਹੜੀ ਉਹ ਕਰਾਂਗੇ। ਔਰ ਉਹ ਮਾਮਲਾ ਕਿਵੇਂ ਅਦਾਲਤਾਂ ਦੇ ਵਿੱਚ ਉਲਝਦਾ ਰਿਹਾ ਸਾਰਿਆਂ ਦੇ ਸਾਹਮਣੇ ਸੀ। ਇਹ ਤਾਂ ਸੀ ਉਦੋਂ ਦੀ ਸੱਤਾਧਾਰੀ ਜਿਹੜੀ ਪਾਰਟੀ ਜਿਹੜੀ ਅੱਜ ਜਸ਼ਨ ਮਨਾ ਰਹੀ ਆ, ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵੱਲੋਂ ਜਿਹੜੀ ਤਿਆਰ ਕੀਤੀ ਗਈ ਰਿਪੋਰਟ ਸੀ ਉਹਨੂੰ ਰੱਦ ਕਰਨ ਵਾਲੇ ਮਾਮਲੇ ਦੇ ਉੱਤੇ ਜਿਹੜੀ ਹਾਈ ਕੋਰਟ ਨੇ ਰੱਦ ਕੀਤੀ ਹੈ। ਤੇ ਇਹ ਉਹ ਬਹੁਤ ਖੁਸ਼ੀ ਜਿਹੜੀ ਉਹ ਮਨਾ ਰਹੀ ਹੈ ਕਿ ਅਸੀਂ ਸਾਰੇ ਇਹਦੇ ਵਿੱਚੋਂ ਜਿਹੜਾ ਉਹ ਬਰੀ ਹੋ ਗਏ। ਫਿਰ ਨੰਬਰ ਆ ਜਾਂਦਾ ਸਰਕਾਰ ਦਾ। ਜਿਹੜੀ ਸਰਕਾਰ 17 ਦੇ ਵਿੱਚ ਬਣੀ ਉਹ ਇਸ ਮਸਲੇ ਦੇ ਉੱਤੇ ਬਣੀ। ਜੇ ਘੱਟੋ ਘੱਟ ਇਕੱਲੇ ਇਸ ਮਸਲੇ ਤੇ ਨਹੀਂ ਬਣੀ ਤਾਂ ਜਿਹੜੇ ਕੁਝ ਅਹਿਮ ਮਸਲੇ ਸੀ, ਦੋ ਅਹਿਮ ਸੀਗੇ, ਇੱਕ ਚਿੱਟੇ ਦਾ ਜ਼ਿਆਦਾ ਉਦੋਂ ਭਖਿਆ ਸੀ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ, ਇਹਦੇ ਉੱਤੇ ਬਣੀ ਜਿਹੜੀ ਸਰਕਾਰ ਸੀ। ਜਦੋਂ ਉਹਨੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਹਮਣੇ ਲਿਆਂਦੀ, ਉਸ ਰਿਪੋਰਟ ਨੂੰ ਜਨਤਕ ਕੀਤਾ, ਆਸ ਬੱਝ ਗਈ। ਔਰ ਜਦੋਂ ਵਿਧਾਨ ਸਭਾ ਦੇ ਵਿੱਚ ਇਹਦੇ ਉੱਤੇ ਬਹਿਸ ਹੋਈ ਔਰ ਇਹਦੇ ਵਿੱਚ ਇਸ ਬਹਿਸ ਦੇ ਵਿੱਚ ਸਭ ਨੇ ਦੇਖਿਆ ਉਹ ਅੱਜ ਵੀ ਉਹ ਵੀਡੀਓਜ਼ ਦੇ ਰੂਪ ਦੇ ਵਿੱਚ ਪਿਆ। ਇਸ ਵੇਲੇ ਮੌਜੂਦਾ ਮੰਤਰੀ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦਾ ਭਾਸ਼ਣ ਸੁਣ ਲੈਣਾ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਭਾਸ਼ਣ ਸੁਣ ਲੈਣਾ, ਹਰਮਿੰਦਰ ਸਿੰਘ ਗਿੱਲ ਹੋਰਾਂ ਦਾ ਭਾਸ਼ਣ ਸੁਣ ਲੈਣਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦਾ ਭਾਸ਼ਣ ਸੁਣ ਲੈਣਾ, ਬਾਕੀ ਜਿਹੜੇ ਜਿੰਨੇ ਵੀ ਸੀ ਉਹਨਾਂ ਸਭ ਦਾ, ਈਵਨ ਰਾਜਾ ਵੜਿੰਗ ਹੋਰਾਂ ਦਾ ਭਾਸ਼ਣ ਜਿਹੜਾ ਉਹ ਸੁਣ ਲੈਣਾ। ਉਹਦੇ ਵਿੱਚ ਇਹਨਾਂ ਸਭ ਨੇ ਝੋਲੀਆਂ ਅੱਡ ਕੇ ਇੱਕੋ ਗੱਲ ਦੀ ਮੰਗ ਕੀਤੀ ਸੀ ਮੁੱਖ ਮੰਤਰੀ ਸਾਹਿਬ ਤੋਂ ਕਿ ਕੁਝ ਨਹੀਂ ਚਾਹੀਦਾ, ਸਾਨੂੰ ਇਸ ਮਸਲੇ ਦੇ ਉੱਤੇ ਇਨਸਾਫ ਮਿਲ ਜਵੇ। ਹੁਣ ਜਿਸ ਦਿਨ ਦੀ ਇਹ SIT ਦੀ ਰਿਪੋਰਟ ਖਾਰਜ ਕੀਤੀ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ, ਜਾਂ ਉਹਨੇ ਸਾਰੇ ਚਲਾਨ ਜਿਹੜੇ ਰੱਦ ਕਰ ਦਿੱਤੇ ਆ, ਇਹ ਝੋਲੀਆਂ ਅੱਡਣ ਵਾਲਿਆਂ ਦੇ ਵਿੱਚੋਂ ਕੋਈ ਵੀ ਨਹੀਂ ਬੋਲਿਆ। ਕਿਸੇ ਨੇ ਮੂਹਰੇ ਆ ਕੇ ਇਹ ਗੱਲ ਨਹੀਂ ਕਹੀ ਕਿ ਉਦੋਂ ਅਸੀਂ ਗਲਤ ਸੀ ਜਾਂ ਹੁਣ ਗਲਤ ਆ। ਤੁਹਾਨੂੰ ਯਾਦ ਹੋਵੇ ਤਾਂ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤਾਂ ਰਮਨਜੀਤ ਸਿੰਘ ਸਿੱਕੀ ਹੋਰਾਂ ਨੇ ਖਡੂਰ ਸਾਹਿਬ ਵਾਲੀ ਵਿਧਾਨ ਸਭਾ ਹਲਕੇ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀਗਾ, ਇਹ ਕਹਿ ਕੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਹ ਬੇਅਦਬੀ ਹੋਈ ਆ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ। ਤੇ ਜਦੋਂ ਉੱਥੇ ਚੋਣ ਹੋਈ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਮੁੰਡੇ ਰਵਿੰਦਰ ਸਿੰਘ ਜਿਹੜਾ ਬ੍ਰਹਮਪੁਰਾ, ਉਹਦੇ ਚੋਣ ਲੜਾਈ ਸੀ ਅਕਾਲੀ ਦਲ ਨੇ, ਬਾਕੀ ਪਾਰਟੀਆਂ ਨੇ ਬਾਈਕਾਟ ਕੀਤਾ ਸੀ ਔਰ ਉਹਦੇ ਕਰਕੇ ਜਿਹੜਾ ਦੀ ਸੌਖਿਆਂ ਅਕਾਲੀ ਦਲ ਨੇ ਉਹ ਸੀਟ ਜਿੱਤ ਲਈ ਸੀ। ਉਦੋਂ ਬੇਅਦਬੀ ਹੋਈ ਸੀ। ਬਾਅਦ ਦੇ ਵਿੱਚ ਜਦੋਂ 17 ਦੀਆਂ ਚੋਣਾਂ ਹੋਈਆਂ ਉਦੋਂ ਫਿਰ ਰਮਨਜੀਤ ਸਿੰਘ ਸਿੱਕੀ ਜਿਹੜੇ ਸੀ ਉਹ ਇੱਥੋਂ ਚੋਣ ਜਿੱਤ ਗਏ। ਇਸ ਮਸਲੇ ਦੇ ਉੱਤੇ ਉਹ ਵੀ ਨਹੀਂ ਬੋਲੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ, ਉਹਨਾਂ ਦੀ ਚੁੱਪ ਵੀ ਜਿਹੜੀ ਉਹ ਬੜੀ ਅਜੀਬ ਹੈ। HS ਫੂਲਕਾ ਸਾਹਿਬ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਅਸਤੀਫਾ ਦਿੱਤਾ ਸੀਗਾ ਵਿਧਾਨ ਸਭਾ ਤੋਂ ਇੱਥੇ ਪੰਜਾਬ ਦੇ ਵਿੱਚ, ਉਹ ਵੀ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਕੀਤੇ ਬੈਠੇ ਨੇ। ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਕੋਈ ਹਾਂ ਜਾਂ ਨਾ ਕੁਝ ਵੀ ਜਿਹੜੀ ਜੀ ਉਹ ਗੱਲਬਾਤ ਨਹੀਂ ਜਿਹੜੀ ਉਹ ਤੋਰੀ। ਕੀ ਸਾਰਾ ਕੁਝ ਇਹ ਸਹੀ ਹੋ ਗਿਆ ਹੋਇਆ ਜਾਂ ਅਸਤੀਫਾ ਦੇਣਾ ਹੀ ਜਿਹੜਾ ਉਹ ਮਕਸਦ ਸੀਗਾ, ਜਾਂ ਹੁਣ ਬੋਲਣਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਨਾਪ ਤੋਲ ਦੇ ਰੂਪ ਦੇ ਵਿੱਚ ਸਹੀ ਨਹੀਂ ਹੋਊਗਾ। ਇਹ ਸਰਕਾਰ ਜਿਹੜੀ ਹੈ ਜੀ ਉਹ ਠੀਕ ਉਸ ਤਰੀਕੇ ਦੇ ਨਾਲ ਉੱਥੇ ਆ ਗਈ ਹੈ ਜਿੱਥੇ ਕਿ 2017 ਦੇ ਵਿੱਚ 2016 ਦੇ ਵਿੱਚ ਅਕਾਲੀ BJP ਸਰਕਾਰ ਖੜੀ ਸੀਗੀ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵੱਲੋਂ ਦਿੱਤਾ ਗਿਆ ਅਸਤੀਫਾ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਅਰਲੀ ਰਿਟਾਇਰਮੈਂਟ ਲੈਣਾ ਚਾਹੁੰਦੇ ਆ। ਉਸ ਅਸਤੀਫੇ ਦੀ ਕਾਪੀ ਮੇਰੇ ਕੋਲ ਵੀ ਜਿਹੜੀ ਉਹ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਹੋਰ ਜੌਬ ਨਹੀਂ ਕਰਨੀ ਚਾਹੁੰਦੇ। ਮੁੱਖ ਮੰਤਰੀ ਸਾਹਿਬ ਨੇ ਇਹਦੇ ਉੱਤੇ ਰਿਐਕਟ ਕਰਦਿਆਂ ਇਹ ਗੱਲ ਕਹੀ ਹੈ ਕਿ ਨਹੀਂ, ਸਾਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਜਾਂਬਾਜ਼ ਆਫੀਸਰ ਦੀ ਲੋੜ ਹੈ, ਪੰਜਾਬ ਦੀ ਉਹਨਾਂ ਨੂੰ ਲੋੜ ਹੈ। ਜੇ ਉਹ ਜਾਂਬਾਜ਼ ਆਫੀਸਰ ਨੇ, ਤੁਸੀਂ ਉਹਨਾਂ ਦੀ ਡਿਊਟੀ ਲਾਈ ਸੀ, ਫਿਰ ਉਹਨਾਂ ਦੀ ਬੈਕਅਪ ਕਿਉਂ ਨਹੀਂ ਕੀਤੀ ਗਈ ਇਸ ਮਾਮਲੇ ਦੇ ਉੱਤੇ? ਜਿਹੜੀ ਇਹ ਰਿਪੋਰਟ ਰੱਦ ਹੋਈ ਆ, ਇਦੋਂ ਪਹਿਲਾਂ ਜੇ ਤੁਸੀਂ ਸਾਰੇ ਪ੍ਰੋਸੀਜਰ ਦੇ ਉੱਤੇ ਨਿਗਾਹ ਮਾਰੋ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਜ਼ਮਾਨਤਾਂ ਮਿਲੀਆਂ। ਉਹ ਚਾਹੇ ਸਾਬਕਾ ਜਿਹੜੇ DGP ਨੇ ਸਮੇਤ ਸੈਣੀ ਹੋਰਾਂ ਨੂੰ ਜ਼ਮਾਨਤ ਮਿਲੀ, ਉਹ ਮੁਅੱਤਲ ਚੱਲ ਰਹੇ IG ਪਨਵਰਾਜ ਉਮਰਾ ਨੰਗਲ ਹੋਰਾਂ ਨੂੰ ਜ਼ਮਾਨਤ ਮਿਲੀ, ਉਹ ਬਾਕੀ ਜਿਹੜੇ ਪੁਲਿਸ ਵਾਲੇ ਇਸ ਜਿਹੜਾ ਬਾਈਬਲ ਕਲਾਂ ਗੋਲੀ ਕਾਂਡ ਸੀ ਉਹਦੇ ਵਿੱਚ ਸ਼ਾਮਿਲ ਸਨ, ਉਹਨਾਂ ਨੂੰ ਜ਼ਮਾਨਤਾਂ ਮਿਲੀਆਂ। ਜੇ ਇਹ ਕੇਸ ਇੰਨੇ ਕਮਜ਼ੋਰ ਸੀ,
ਤਾਂ ਉਦੋਂ ਹੀ ਜਿਹੜਾ ਜੀ ਇਹਨਾਂ ਦਾ ਫੈਸਲਾ ਹੋ ਜਾਣਾ ਚਾਹੀਦਾ ਸੀ। ਉਦੋਂ ਜ਼ਮਾਨਤਾਂ ਮਿਲੀ ਗਈਆਂ, ਜਦੋਂ ਇਹ ਚਲਾਨ ਪੇਸ਼ ਹੋ ਗਏ 9-10ਵਾਂ ਚਲਾਨ ਪੇਸ਼ ਹੋਣਾ ਸੀ ਤਾਂ ਉਦੋਂ ਇਹ ਰੱਦ ਕੀਤੀ ਜਾਂਦੀ ਹੈ। ਜਿਹੜਾ ਵਕੀਲ ਇਹ ਲੜ ਰਹੇ ਨੇ ਕੇਸ, ਕਿਉਂਕਿ ਇਹਦੇ ਵਿੱਚ ਅਤੁਲ ਨੰਦਾ ਹੋਰਾਂ ਦੀ ਉਹਨਾਂ ਦੀ ਰਿਸਪੌਂਸਿਬਿਲਿਟੀ ਸਭ ਤੋਂ ਜ਼ਿਆਦਾ ਹੈ, ਜਿਹੜੇ ਕਿ ਐਡਵੋਕੇਟ ਜਨਰਲ ਨੇ ਪੰਜਾਬ ਦੇ। ਅਦਾਲਤ ਜਿਹੜੀ ਆ ਉਹ ਇਹਨਾਂ ਨੂੰ 3 ਆਪਸ਼ਨ ਦਿੰਦੀ ਹੈ ਵੀ CBI ਦੇ ਕੋਲੇ ਜਾਂਚ, ਹਰਿਆਣੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾਵੇ, ਜਾਂ ਫਿਰ ਸਿੱਟ ਜਿਹੜੀ ਆ ਉਹ ਰੱਦ ਕਰਕੇ ਨਵੀਂ ਸਿੱਟ ਬਣਾਈ ਜਾਵੇ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਨਾ ਹੋਣ। ਜਿਹੜੇ ਸਰਕਾਰੀ ਵਕੀਲ ਨੇ ਇਹ ਮੰਗਦੇ ਨੇ 10 ਦਿਨ ਦਾ ਸਮਾਂ, ਕਿ 10 ਦਿਨ ਤੁਸੀਂ ਸਾਨੂੰ ਦਿਓ, ਅਸੀਂ 10 ਦਿਨਾਂ ਦੇ ਵਿੱਚ ਦੱਸਾਂਗੇ। ਜੱਜ ਸਾਹਿਬ ਇਹ ਕਹਿੰਦੇ ਕਿ ਨਹੀਂ, 10 ਦਿਨ ਦਾ ਕੋਈ ਨਹੀਂ ਸਮਾਂ, ਤੁਸੀਂ ਵੀ ਆਨਲਾਈਨ ਬੈਠੇ ਹੋ, ਮੈਂ ਵੀ ਆਨਲਾਈਨ ਬੈਠਾ, ਤੇ ਚਾਹੇ ਰਾਤ ਦੇ ਵੱਜ ਜਾਣ 9 ਤੇ ਚਾਹੇ 10, ਆਪਾਂ ਅੱਜ ਹੀ ਇਹਦੇ ਉੱਤੇ ਇਹ ਨਿਬੇੜਾ ਜਿਹੜਾ ਉਹ ਕਰਾਂਗੇ। ਫਿਰ ਇਹਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਜਾਂਦਾ ਕਿ ਤੁਸੀਂ ਜਿਨ੍ਹਾਂ ਨੂੰ ਪੁੱਛਣਾ ਉਹਨਾਂ ਨੂੰ ਪੁੱਛ ਲਓ, ਕਿਉਂਕਿ ਸਰਕਾਰੀ ਵਕੀਲ ਕਹਿੰਦੇ ਆ ਕਿ ਅਸੀਂ ਪੁੱਛ ਕੇ ਦੱਸਾਂਗੇ DGP ਸਾਹਿਬ ਤੋਂ ਜਾਂ ਸਰਕਾਰ ਤੋਂ। 10 ਮਿੰਟ ਦਾ ਸਮਾਂ ਦਿੱਤਾ ਜਾਂਦਾ। ਆਪਸ਼ਨ ਫਿਰ ਤਿੰਨੇ ਪੜ੍ਹੀਆਂ ਜਾਂਦੀਆਂ। ਸਰਕਾਰੀ ਵਕੀਲਾਂ ਦੇ ਵੱਲੋਂ ਤੀਜੀ ਆਪਸ਼ਨ ਮੰਨ ਲਈ ਜਾਂਦੀ ਹੈ ਕਿ ਠੀਕ ਹੈ ਜੀ, ਅਸੀਂ ਸਿੱਟ ਰੱਦ ਕਰਨ ਵਾਲੇ ਤੁਹਾਡਾ ਜਿਹੜਾ ਫੈਸਲਾ ਉਹਨੂੰ ਮੰਨਾਂਗੇ, ਤੇ ਉਹ ਨਵੀਂ ਸਿੱਟ ਬਣੂਗੀ, ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਨਹੀਂ ਹੋਣਗੇ। ਉਹ ਫੈਸਲਾ ਆ ਜਾਣਾ। ਉਹਦੇ ਵਿੱਚ ਜੱਜ ਸਾਹਿਬ ਨੇ ਉਸ ਦਿਨ ਇਹ ਗੱਲ ਜਿਹੜੀ ਕਹੀ ਆ ਕਿ ਇਹ ਜਿਹੜਾ ਫੈਸਲਾ ਮੈਂ ਤੁਹਾਡੀ ਕੰਸੈਂਟ ਦੇ ਨਾਲ ਦੇ ਰਿਹਾ, ਮਤਲਬ ਕਿ ਤੁਹਾਡੀ ਇਹਦੇ ਵਿੱਚ ਸ਼ਮੂਲੀਅਤ ਆ ਕਿ ਤੁਸੀਂ ਇਹਨੂੰ ਮੰਨਿਆ, ਫੈਸਲੇ ਨੂੰ ਤੁਹਾਡੇ ਕਹੇ ਦੇ ਉੱਤੇ ਦੇ ਰਿਹਾ। ਕਿਉਂਕਿ ਜੇ ਜੱਜ ਸਾਹਿਬ ਨੇ ਫੈਸਲਾ ਦੇਣਾ ਹੁੰਦਾ ਤਾਂ ਆਪਣੀ ਮਰਜ਼ੀ ਦੇ ਨਾਲ ਦੇਣਾ ਹੁੰਦਾ। ਉਹ ਇਹ ਵੀ ਦੇ ਸਕਦੇ ਸੀ ਕਿ ਇਹਦੀ CBI ਜਾਂਚ, ਉਹ ਇਹ ਵੀ ਦੇ ਸਕਦੇ ਸੀ ਕਿ ਹਰਿਆਣੇ ਦੀ ਪੁਲਿਸ ਦੇ ਸੀਨੀਅਰ ਆਫੀਸਰ ਇਹਦੀ ਜਾਂਚ ਕਰਨਗੇ, ਪੰਜਾਬ ਪੁਲਿਸ ਤੋਂ ਵਾਪਸ ਲੈ ਲਈ ਜਾਵੇ। ਜਾਂ ਜਿਹੜੀ ਤੀਸਰੀ ਆਪਸ਼ਨ ਉਹਨਾਂ ਨੇ ਦਿੱਤੀ ਕਿ ਸਿੱਟ ਭੰਗ ਕਰ ਦਿੱਤੀ ਜਾਵੇ, ਨਵੀਂ ਸਿੱਟ ਬਣਾਈ ਜਾਵੇ, ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਨਾ ਹੋਣ। ਇਹ ਜਦੋਂ ਕੰਸੈਂਟ ਦੇ ਨਾਲ ਮੰਨਿਆ ਗਿਆ ਇਹ ਫੈਸਲਾ ਹੈ, ਤੇ ਫਿਰ ਹੁਣ ਅੜਚਣ ਜਿਹੜੀ ਆ ਜੀ ਉਹ ਵੱਡੀ ਇਹ ਆਉਣੀ ਆ, ਜੇ ਤੁਸੀਂ ਡਬਲ ਬੈਂਚ ਕੋਲੇ ਜਾਂਦੇ ਹੋ, ਜੇ ਤੁਸੀਂ ਸੁਪਰੀਮ ਕੋਰਟ ਕੋਲੇ ਜਾਂਦੇ ਹੋ, ਸਰਕਾਰ ਜਾਂਦੀ ਹੈ ਸੁਪਰੀਮ ਕੋਰਟ ਕੋਲੇ ਜਾਂ ਪਹਿਲਾਂ ਡਬਲ ਬੈਂਚ ਕੋਲੇ ਜਾਂਦੀ ਆ, ਉਹਦੇ ਵਿੱਚ ਫੈਸਲੇ ਦੇ ਇਹ ਲਿਖਿਆ ਹੋਇਆ ਹੋਊਗਾ ਕਿ ਇਹ ਕੰਸੈਂਟ ਦੇ ਨਾਲ ਕੀਤਾ ਗਿਆ ਫੈਸਲਾ ਹੈ। ਜਿਹੜੀ ਚੀਜ਼ ਤੁਸੀਂ ਮੰਗ ਕੇ ਲੈ ਰਹੇ ਹੋ ਕਿ ਆਹ ਕਰ ਦਿਓ, ਫਿਰ ਤੁਸੀਂ ਉਹਨੂੰ ਚੈਲੰਜ ਕਿਵੇਂ ਕਰੋਗੇ? ਇਹ ਸਭ ਤੋਂ ਜਿਹੜਾ ਜੀ ਉਹ ਵੱਡਾ ਸਵਾਲ ਹੈ। ਦੂਸਰੀ ਗੱਲ, ਅਜੇ ਜਿਹੜਾ ਇਹ ਅਸਤੀਫਾ ਹੈ ਉਹਦੇ ਤੋਂ ਨਾ ਕੀਤੀ ਹੈ ਸਰਕਾਰ ਨੇ। IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਜਿਹੜੇ ਨੇ, ਉਹਨਾਂ ਨੇ ਇਸ ਅਸਤੀਫੇ ਤੋਂ ਨਾ ਨਹੀਂ ਕੀਤੀ, ਬਲਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਇਸ ਗੱਲ ਨੂੰ ਫਿਰ ਜਿਹੜਾ ਜੀ ਉਹ ਦੁਹਰਾਇਆ ਕਿ ਉਹ ਆਪਣੀ ਉਸ ਗੱਲ ਦੇ ਉੱਤੇ ਕਾਇਮ ਨੇ। ਇਹ ਕਿਹਾ ਕਿ ਉਹ ਲੜਾਈ ਜਾਰੀ ਰੱਖਣਗੇ। ਇਹ ਜ਼ਰੂਰੀ ਨਹੀਂ ਕਿ ਉਹ ਇੱਕ ਆਫੀਸਰ ਦੇ ਵਜੋਂ ਇਹ ਲੜਾਈ ਜਿਹੜੀ ਉਹ ਜਾਰੀ ਰੱਖਣ, ਜਿਹੜੀ ਕਿ ਇਹ ਲਾਈਨ ਬਹੁਤ ਕੁਝ ਜਿਹੜਾ ਉਹ ਕਹਿੰਦੀ ਆ। ਆਈ ਥਿੰਕ ਜਿੱਥੋਂ ਤੱਕ ਇਹਦੇ ਵਿੱਚ 2 ਅਹਿਮ ਚੀਜ਼ਾਂ ਨੇ। ਇੱਕ ਤਾਂ ਜਿਹਨੇ ਜ਼ਿਆਦਾ ਰੋਲ ਨਿਭਾਏ ਉਹ ਹੈ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਫਾਈਂਡਿੰਗਸ। ਉਹਨਾਂ ਨੇ ਬਹੁਤ ਮਿਹਨਤ ਇਹਦੇ ਉੱਤੇ ਕੀਤੀ, ਜਿਨ੍ਹਾਂ ਨੇ ਉਹ ਰਿਪੋਰਟ ਪੜ੍ਹੀ ਸਭ ਨੂੰ ਪਤਾ। ਤੇ ਦੂਸਰੀ ਮਿਹਨਤ ਇਹਦੇ ਉੱਤੇ ਕੀਤੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਬਾਕੀ ਜਿਹੜੇ ਉਹਨਾਂ ਦੇ ਮੈਂਬਰ ਸੀ ਉਹਨਾਂ ਦੇ ਵੱਲੋਂ ਲਾਂਭੇ ਹੋ ਜਾਣ ਦੇ ਬਾਵਜੂਦ ਇਹਨੂੰ ਕੰਟੀਨਿਊਸ ਅੱਗੇ ਜਾਰੀ ਰੱਖਿਆ। ਔਰ ਕਿਤੋਂ ਕਿਤੋਂ ਤੱਕ ਜਿਹੜਾ ਜੀ ਉਹਨਾਂ ਨੇ ਗਵਾਹ ਤੇ ਬਾਕੀ ਸਾਰਾ ਕੁਝ ਲੱਭ ਕੇ 9 ਚਲਾਨ ਜਿਹੜੇ ਉਹ ਪੇਸ਼ ਕਰ ਦਿੱਤੇ ਅਦਾਲਤ ਦੇ ਵਿੱਚ। 10ਵਾਂ ਇੱਕ ਅਜੇ ਜੀ ਉਹ ਰਹਿੰਦਾ। ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਹੋਰੀ ਗਏ ਸੀਗੇ ਬੁਰਜ ਜਵਾਹਰ ਸਿੰਘ ਵਾਲਾ। ਉਹ ਕਹਿੰਦੇ ਸੀ ਕਿ ਇਹ ਜਿਹੜੀ ਰਿਪੋਰਟ ਆ ਇਹ ਜਨਤਕ ਕਰ ਦਿਓ। ਜਿਹੜੀ ਚੀਜ਼ ਅਦਾਲਤ ਦੇ ਵਿੱਚ ਲੱਗ ਗਈ ਉਹ ਪਬਲਿਕ ਡੋਮੇਨ ਦੇ ਵਿੱਚ ਆ ਗਈ। ਉਹ ਪਬਲਿਕ ਉਹਦੇ ਉੱਤੇ ਮਤਲਬ ਕਿ ਉਹ ਕਢਾਈ ਜਾ ਸਕਦੀ ਆ, ਉਹਨੂੰ ਸਰਕਾਰ ਨੂੰ ਜਨਤਕ ਕਰਨ ਦੀ ਲੋੜ ਨਹੀਂ। ਇੱਕ ਜਿਹੜਾ 10ਵਾਂ ਚਲਾਨ ਹੈ ਉਹ ਜ਼ਰੂਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਕੋਲੇ ਆ। ਤੇ ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਚਲਾਨ ਦੇ ਵਿੱਚ ਸਾਰਾ ਕੁਝ ਹੋ ਸਕਦਾ ਨਾ ਲੱਗਿਆ ਹੋਵੇ, ਬਹੁਤ ਸਾਰੀਆਂ ਫਾਈਂਡਿੰਗਸ ਉਹਨਾਂ ਦੇ ਕੋਲੇ ਹੋਣ। ਜੇ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਅਰਲੀ ਰਿਟਾਇਰਮੈਂਟ ਲੈ ਕੇ ਲਾਂਭੇ ਹੋ ਜਾਂਦੇ ਆ, ਫਿਰ ਉਹ ਇੰਡੀਵਿਜੂਅਲ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਇਹਨਾਂ ਸਬੂਤਾਂ ਨੂੰ ਲੈ ਕੇ ਜਾਂਦੇ ਆ, ਫਿਰ ਕੀ ਬਣੂਗਾ? ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਨਾ ਮੰਨਣ ਵਾਲਿਆਂ ਦਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਨਾ ਮੰਨਣ ਵਾਲਿਆਂ ਦਾ, SIT ਨੂੰ ਨਾ ਮੰਨਣ ਵਾਲਿਆਂ ਦਾ, ਜਾਂ SIT ਦੀ ਬੈਕਅਪ ਨਾ ਕਰਨ ਵਾਲਿਆਂ ਦਾ। ਇਸ ਟਾਈਮ ਜੇ ਇਸ ਸਾਰੀ ਜੋ ਕੁਝ ਵੀ ਹੋਇਆ ਇਹਨੂੰ ਅੱਗੇ ਤੋਰਨਾ ਹੈ ਤੇ ਘੱਟੋ ਘੱਟ ਐਡਵੋਕੇਟ ਜਨਰਲ ਜਿਹੜੇ ਨੇ ਉਹ ਜਾਂ ਤਾਂ ਆਪ ਅਸਤੀਫਾ ਦੇਣ
ਇਸ ਚੀਜ਼ ਨੂੰ ਮੰਨ ਕੇ ਕਿ ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ, ਜਾਂ ਫਿਰ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਅਤੁਲ ਨੰਦਾ ਹੋਰਾਂ ਨੂੰ ਤੁਰੰਤ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰਨ। ਇਸ ਸਭ ਕਾਸੇ ਦੀ ਅਗਲੀ ਕੜੀ ਜਿਹੜੀ ਉਹ ਕੀ ਹੁੰਦੀ ਆ, ਹੁਣ ਸਾਰੀਆਂ ਨਿਗਾਹਾਂ ਜਿਹੜੀਆਂ ਨੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਉੱਤੇ ਲੱਗੀਆਂ ਰਹਿਣਗੀਆਂ। ਧੰਨਵਾਦ, ਸਤਿ ਸ਼੍ਰੀ ਅਕਾਲ।